ਅੱਜ ਤੱਕ ਤੁਸੀਂ ਵੱਡੇ ਵੱਡੇ ਧਰਮ ਗੁਰੂਆਂ ਬਾਰੇ, ਐਸਟ੍ਰੋਲੋਜਰਸ ਬਾਰੇ ਜਾਂ ਪੰਡਤਾਂ ਬਾਰੇ ਜਾਂ ਫਿਰ ਕਹਾ ਕਿ ਬਾਬਿਆਂ ਬਾਰੇ ਜ਼ਰੂਰ ਸੁਣਿਆ ਹੋਵੇਗਾ, ਜਿਹੜੇ ਤੁਹਾਨੂੰ ਦੇਖ ਕੇ ਤੁਹਾਡਾ ਭਵਿੱਖ ਵੀ ਦੱਸਦੇ ਨੇ ਜਾਂ ਦੱਸਦੇ ਨੇ ਤੁਸੀਂ ਕਿਸ ਤਰ੍ਹਾਂ ਦੀ ਸ਼ਖਸੀਅਤ ਹੋ, ਤੁਹਾਡੀ ਪਰਸਨੈਲਿਟੀ ਬਾਰੇ ਦੱਸਦੇ ਨੇ। ਪਰ ਤੁਸੀਂ ਅਜਿਹੇ ਸ਼ਖਸ ਤੋਂ ਨਹੀਂ ਜਾਣੂ ਹੋਗੇ ਜਿਹੜੇ ਤੁਹਾਨੂੰ ਤੁਹਾਡੀ ਹੈਂਡਰਾਈਟਿੰਗ ਦੇ ਜ਼ਰੀਏ, ਤੁਹਾਡੀ ਹੈਂਡਰਾਈਟਿੰਗ ਦੇਖ ਕੇ ਜਾਂ ਤੁਹਾਡੇ ਰਾਈਟਿੰਗ ਸਟਾਈਲ ਨੂੰ ਦੇਖ ਕੇ ਦੱਸਦੇ ਨੇ ਕਿ ਤੁਹਾਡੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ, ਅੱਗੇ ਤੁਸੀਂ ਕੀ ਕਰ ਸਕਦੇ ਹੋ। ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਤੁਹਾਡੇ ਬ੍ਰੇਨ ਨੂੰ ਉਹ ਰੀਡ ਕਰਦੇ ਨੇ, ਹੈਂਡਰਾਈਟਿੰਗ ਨੂੰ ਐਨਾਲਿਸਿਸ ਕਰਨ ਤੋਂ ਬਾਅਦ ਤੁਹਾਡੇ ਬਾਰੇ ਦਰਸਾਉਂਦੇ ਨੇ। ਮੈਂ ਗੱਲ ਕਰ ਰਹੀ ਹਾਂ ਜੀ ਸੰਜੀਵ ਚੰਡੋਕ ਦੀ, ਜਿਨ੍ਹਾਂ ਨੇ 3 ਮਾਸਟਰ ਡਿਗਰੀਜ਼ ਹਾਸਲ ਕੀਤੀਆਂ ਨੇ। ਕਾਰਪੋਰੇਟ ਵਰਲਡ ਜਿਹੜਾ ਇਹਨਾਂ ਦਾ ਬੈਕਗ੍ਰਾਉਂਡ ਹੈ, ਬੈਂਕਿੰਗ ਬੈਕਗ੍ਰਾਉਂਡ ਹੈ, 26 ਸਾਲ ਬੈਂਕਿੰਗ ਸੈਕਟਰ ਦੇ ਵਿੱਚ ਇਹਨਾਂ ਨੇ ਕੰਮ ਵੀ ਕੀਤਾ ਹੈ ਔਰ ਅਜਿਹਾ ਸ਼ੌਂਕ ਰੱਖਦੇ ਨੇ, ਇੱਕ ਵੱਖਰਾ ਸ਼ੌਂਕ ਰੱਖਦੇ ਨੇ। ਸ਼ੌਂਕ ਇਹੀ ਹੈ ਕਿ ਜਗਿਆਸਾ ਹੈ, ਇਹਨਾਂ ਨੂੰ ਸ਼ੌਂਕ ਹੈ ਲੋਕਾਂ ਨੂੰ ਜਾਣਨ ਦਾ, ਲੋਕਾਂ ਨੂੰ ਸਮਝਣ ਦਾ, ਉਹਨਾਂ ਦੇ ਬਾਰੇ, ਉਹਨਾਂ ਦੀ ਪਰਸਨੈਲਿਟੀ ਨੂੰ ਡਿਟੇਲ ਦੇ ਵਿੱਚ ਸਮਝਦੇ ਨੇ, ਜਾਣਦੇ ਨੇ ਔਰ ਉਹਨਾਂ ਦੇ ਬਾਰੇ ਦੱਸਦੇ ਵੀ ਨੇ। ਅੱਜ ਸਾਡੇ ਨਾਲ ਉਹੀ ਸ਼ਖਸ ਮੌਜੂਦ ਨੇ ਜਿਹੜੇ ਕਿ ਸ਼ਬਦਾਂ ਦੀ ਦੁਨੀਆ ਦੇ ਬਾਦਸ਼ਾਹ ਨੇ। ਸੰਜੀਵ ਚੰਡੋਕ ਦੀ ਮੈਂ ਗੱਲ ਕਰ ਰਹੀ ਹਾਂ, ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਇਹਨਾਂ ਦਾ ਜਗਬਾਣੀ ਪੰਜਾਬ ਕੇਸਰੀ ਵੈਬ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡੇ? ਬਹੁਤ ਵਧੀਆ ਜੀ। ਔਰ ਬੜਾ ਇੰਟਰਸਟਿੰਗ ਸਬਜੈਕਟ ਹੈ। ਤੁਸੀਂ ਗ੍ਰਾਫੋਲੋਜੀ ਦੀ ਵੀ ਸਟੱਡੀ ਕੀਤੀ ਹੈ ਔਰ ਤੁਸੀਂ 3, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ, 3 ਮਾਸਟਰਸ ਡਿਗਰੀਆਂ ਵੀ ਹਾਸਲ ਕੀਤੀਆਂ, ਉਹਨਾਂ ਬਾਰੇ ਵੀ ਸਾਨੂੰ ਦੱਸੋ। ਔਰ ਮੈਂ ਇਹੀ ਜਾਣਨਾ ਚਾਹੁੰਦੀ ਹਾਂ, ਹੱਥ ਦੀ ਲਿਖਾਈ ਦੇਖ ਕੇ ਤੁਸੀਂ ਜਾਂ ਕਹਿ ਸਿਗਨੇਚਰਸ, ਜਿਵੇਂ ਤੁਸੀਂ ਮੈਂ ਦੱਸਿਆ, ਸਿਗਨੇਚਰ ਦੇਖ ਕੇ ਤੁਸੀਂ ਲੋਕਾਂ ਦੀ ਪਰਸਨੈਲਿਟੀ ਟ੍ਰੇਟ ਬਾਰੇ ਦੱਸਦੇ ਹੋ। ਉਸ ਦੇ ਬਾਰੇ ਸਾਨੂੰ ਵਿਸਤਾਰ ਦੱਸੋ ਕਿ ਇਹ ਸ਼ੌਂਕ ਕਦੋਂ ਤੋਂ ਤੁਹਾਨੂੰ ਪੈਦਾ ਹੋਇਆ ਜਾਂ ਤਾਲੀਮ ਤੁਸੀਂ ਕਦੋਂ ਤੇ ਕਿੱਥੋਂ ਹਾਸਲ ਕੀਤੀ ਹੈ? ਇਹ ਸ਼ੌਂਕ ਦੀ ਅਗਰ ਮੈਂ ਗੱਲ ਕਰਾਂ, ਕੋਈ ਘੱਟੋ ਘੱਟ 28 ਤੋਂ 30 ਸਾਲ ਹੋ ਗਏ ਹੈ। ਕਾਲਜ ਦੇ ਵਿੱਚ ਹੁੰਦਾ ਸੀਗਾ ਮੈਂ 90-92 ਦੇ ਵਿੱਚ, ਉਦੋਂ ਬੜਾ ਸ਼ੌਂਕ ਹੁੰਦਾ ਸੀਗਾ। ਔਰ ਜਦੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਇੱਕ ਕਿਤਾਬ ਆਈ ਹੱਥ ਦੇ ਵਿੱਚ ਕਿ ਜਿੱਦਾਂ ਲੋਕਾਂ ਦੇ ਬਾਰੇ ਨਾ ਸ਼ਬਦਾਂ ਤੋਂ ਪਤਾ ਲੱਗ ਸਕਦਾ ਹੈ। ਉਹਨਾਂ ਨੂੰ ਪੜ੍ਹਿਆ ਔਰ ਫਿਰ ਕਾਲਜ ਦੇ ਵਿੱਚ ਕਦੀ ਗੱਲਾਂ ਕਰਦੇ ਕਰਦੇ ਦੇਖਣਾ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਬੜਾ ਇੰਟਰਸਟਿੰਗ ਲੱਗਾ। ਜਦੋਂ ਉਹਨਾਂ ਨੂੰ ਕਹਿਣਾ ਕਿ ਤੂੰ ਇਸ ਤਰ੍ਹਾਂ ਦਾ ਇਨਸਾਨ ਹੈ, ਉਹਨੇ ਕਹਿਣਾ ਯਾਰ ਤੂੰ ਇਸ ਤਰ੍ਹਾਂ ਦੀ ਗੱਲ ਕਿੱਦਾਂ ਕਰਤੀ ਮੇਰੇ ਬਾਰੇ, ਤੈਨੂੰ ਕਿੱਦਾਂ ਪਤਾ ਲੱਗਾ ਮੈਂ ਇੱਦਾਂ ਦਾ ਇਨਸਾਨ ਹੈ। ਔਰ ਇਹ ਸਬਜੈਕਟ ਦਾ ਸ਼ੌਂਕ ਬਣਦਾ ਗਿਆ। ਫਿਰ ਮੈਂ ਆਪਣੀ ਪੜ੍ਹਾਈ ਕੰਪਲੀਟ ਕੀਤੀ, ਆਪਣੀਆਂ 3 ਮਾਸਟਰ ਡਿਗਰੀਆਂ ਕੀਤੀਆਂ ਔਰ ਫਿਰ ਮੈਂ ਜੌਬ 'ਚ ਆ ਗਿਆ। ਕਿਹਦੇ 'ਚ ਕੀਤੀਆਂ ਮਾਸਟਰ? ਮੈਂ ਮਾਸਟਰ ਡਿਗਰੀ ਕੀਤੀ, MBA ਕੀਤੀ, MCOM ਕੀਤੀ ਔਰ ਮਾਸਟਰ ਇਨ ਫਾਈਨਾਂਸ ਕੀਤੀ। ਔਰ ਕਿੱਥੋਂ ਕੀਤੀ ਹਾਸਲ? MBA ਕੀਤੀ ਮੈਂ ਇਗਨੂ ਤੋਂ, ਪੰਜਾਬ ਯੂਨੀਵਰਸਿਟੀ ਤੋਂ, ਬਾਕੀ 2 ਡਿਗਰੀਆਂ ਲਈਆਂ। ਔਰ ਕਰਦੇ ਕਰਦੇ ਫਿਰ ਜਦੋਂ ਮੈਂ ਨੌਕਰੀ 'ਚ ਆ ਗਿਆ, ਨੌਕਰੀ 'ਚ ਮੈਂ ਵਰਧਮਾਨ ਗਰੁੱਪ 'ਚ ਰਿਹਾ, ICICI ਬੈਂਕ 'ਚ ਰਿਹਾ ਔਰ ਪੂਰਾ ਹਿੰਦੁਸਤਾਨ ਟਰੈਵਲ ਕੀਤਾ। ਔਰ ਜਦੋਂ ਵੀ ਮੈਂ ਲੋਕਾਂ ਨੂੰ ਮਿਲਦਾ ਸੀਗਾ ਅਤੇ ਮੈਨੂੰ ਬੜਾ ਸ਼ੌਂਕ ਹੁੰਦਾ ਸੀਗਾ ਕਿ ਯਾਰ ਇਹ ਇਨਸਾਨ ਇੱਦਾਂ ਦਾ ਕਿਉਂ ਹੈ। ਔਰ ਕੁਛ ਮੇਰੀ ਨੇਚਰ ਆਫ ਜੋਬ ਵੀ ਇੱਦਾਂ ਦੀ ਸੀਗੀ ਅਤੇ ਮੈਂ ਹੌਲੀ ਹੌਲੀ ਨਾਲ ਨਾਲ ਰੈਫਰ ਕਰਦਾ ਰਹਿੰਦਾ ਸੀਗਾ ਕਿ ਜੀ ਇਹਦੀ ਹੈਂਡਰਾਈਟਿੰਗ ਇੱਦਾਂ ਹੈ ਅਤੇ ਇੱਦਾਂ ਦਾ ਇਨਸਾਨ ਹੈ। ਔਰ ਚੱਲਦੇ ਚੱਲਦੇ ਔਰ ਥੋੜ੍ਹਾ ਥੋੜ੍ਹਾ ਪੜ੍ਹਦੇ ਵੀ ਰਹਿੰਦੇ ਸੀਗੇ। ਔਰ ਇਹ ਇੰਨਾ ਕਿ ਇੰਟਰਸਟਿੰਗ ਸਬਜੈਕਟ ਹੈ। ਅਸੀਂ ਕਹਿੰਦੇ ਹਾਂ ਕਿ ਇਹ ਨਾ ਇੱਕ ਬ੍ਰੇਨ ਰਾਈਟਿੰਗ ਹੈ। ਸਾਡੇ ਦਿਮਾਗ 'ਚ ਜੋ ਚੱਲ ਰਿਹਾ ਹੈ ਉਹਨੂੰ ਨਾ ਤੁਸੀਂ ਸ਼ਬਦਾਂ ਦੇ ਸਟਰੋਕਸ ਨਾਲ ਪੜ੍ਹ ਸਕਦੇ ਹੋ। ਹੁਣ ਅੱਜ ਇਸ ਸਬਜੈਕਟ ਦੇ ਉੱਤੇ ਇੰਨੀ ਰਿਸਰਚ ਕਰ ਲਈ ਹੈ, ਇੰਨੇ ਲੋਕਾਂ ਨੂੰ ਸੁਣ ਲਿਆ, ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਇੰਨੇ ਸੈਂਪਲ ਚੈੱਕ ਕਰ ਲਏ। ਹੁਣ ਅੱਜ ਇਹਨੂੰ ਅਗਰ ਸਮਝਾਉਣ ਦੇ ਐਂਗਲ ਨਾਲ ਗੱਲ ਕੀਤੀ ਜਾਵੇ, ਤੁਸੀਂ ਕਿੱਦਾਂ ਦੇ ਇਨਸਾਨ ਹੋ, ਤੁਹਾਡਾ ਬਚਪਨ ਤੋਂ ਲੈ ਕੇ ਹੁਣ ਤੱਕ ਕਿੱਦਾਂ ਕਿੱਦਾਂ ਦੀਆਂ ਤੁਹਾਡੀਆਂ ਇਮੋਸ਼ਨਸ ਰਹੀਆਂ ਹੈ ਜਿਹੜੀਆਂ ਤੁਹਾਨੂੰ ਅੱਗੇ ਜਾ ਕੇ ਤੁਹਾਡੀ ਕੰਮ ਦੇ ਵਿੱਚ ਹੈਲਪ ਕਰਨਗੀਆਂ ਜਾਂ ਕੁਛ ਇੰਪਰੂਵਮੈਂਟ ਏਰੀਆ ਹੁੰਦੇ ਹੈ, ਉਹ ਦੱਸਦੇ ਹੈ। ਕਹਿੰਦੇ ਹੈ ਸਾਈਕੋਲੋਜੀ 'ਚ 450 ਟੈਸਟ ਹੈ ਅਲੱਗ-ਅਲੱਗ ਪਰਸਨੈਲਿਟੀ ਦੇ। ਔਰ ਹੈਂਡਰਾਈਟਿੰਗ 1.5 ਪੰਨਾ ਹੈਂਡਰਾਈਟਿੰਗ ਲਿਖ ਕੇ ਜੇ ਤੁਸੀਂ ਸਾਈਨ ਕਰ ਦਿਓ, ਇਟ ਇਜ਼ ਯੂਅਰ ਲਾਈਫ ਔਨ ਪੇਪਰ। ਤੁਸੀਂ ਸਾਰੀ ਮਤਲਬ ਇੱਕ ਐਕਸਰੇ ਹੁੰਦੀ ਹੈ। ਜਿੱਦਾਂ ਕਹਿੰਦੇ ਨਾ ਡਾਕਟਰ ਕੋਲ ਜਾਂਦੇ ਆ, ਡਾਕਟਰ ਤੁਹਾਡੀ ECG ਦੇਖਦਾ ਹੈ ਔਰ ECG ਦੇਖ ਕੇ ਦੱਸਦਾ ਹੈ ਜੀ ਤੁਹਾਨੂੰ ਇੱਥੇ ਇੱਥੇ ਦਿੱਕਤ ਹੈ। ਇਸੇ ਤਰ੍ਹਾਂ ਇਸ ਸਬਜੈਕਟ ਦੇ ਵਿੱਚ ਤੁਹਾਡੇ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਕਿੰਨੇ ਕੁ ਐਂਬੀਸ਼ੀਅਸ ਹੋ, ਤੁਸੀਂ ਫਿਊਚਰ ਤੋਂ ਡਰੇ ਤਾਂ ਨਹੀਂ ਹੋਏ, ਹੈਪੀ ਸਟੇਟ ਆਫ ਮਾਈਂਡ ਹੈ, ਡਿਪਰੈਸਿਵ ਹੈ। ਔਰ ਹਰ ਸੈਗਮੈਂਟ ਦਾ ਬੰਦਾ, ਚਾਹੇ ਉਹ ਪੇਰੈਂਟ ਹੈ, ਚਾਹੇ ਤੁਸੀਂ ਲਵ ਰਿਲੇਸ਼ਨਸ 'ਚ ਹੋ, ਤੁਸੀਂ ਐਮਪਲੋਇਰ ਹੋ, ਐਮਪਲੋਈ ਰੱਖਦੇ ਹੋ, ਇਹ ਸਾਰਿਆਂ ਲਈ ਯੂਜ਼ਫੁਲ ਹੈ। ਔਰ ਹਰ ਸੈਗਮੈਂਟ ਦਾ ਬੰਦਾ ਇਹਦਾ ਬੈਨੀਫਿਟ ਲੈ ਵੀ ਰਿਹਾ ਹੈ। ਮੈਂ ਇਹੀ ਸਮਝਣਾ ਚਾਹੁੰਦੀ ਹਾਂ, ਅਸੀਂ ਇਹ ਵੀ ਸੁਣਿਆ ਕਿ ਸਾਈਨ ਕੰਪੈਟੇਬਿਲਿਟੀ ਵੀ ਤੁਸੀਂ ਦੇਖਦੇ ਹੋ, ਕਿ ਇਹ ਬੜਾ ਇੰਟਰਸਟਿੰਗ ਗੱਲ ਹੈ ਕਿ ਇਹ ਸਾਈਨ ਕਰਾ ਕੇ ਦੇਖ ਲੈਂਦੇ ਕਿ ਪਾਰਟਨਰ, ਜੇ ਕਿਸੇ ਦਾ ਵਿਆਹ ਹੋਣਾ ਹੈ ਜਾਂ ਅਫੇਅਰ ਦੇ ਵਿੱਚ ਨੇ, ਕਿ ਤੁਸੀਂ ਵਿਆਹ ਕਰਨ ਵਾਸਤੇ ਤੁਹਾਡਾ ਪਾਰਟਨਰ ਕੰਪੈਟੇਬਿਲਿਟੀ ਹੈ ਜਾਂ ਨਹੀਂ। ਉਹ ਬੜਾ ਇੰਟਰਸਟਿੰਗ ਸਬਜੈਕਟ ਹੈ ਔਰ ਲੋਕਾਂ ਨੂੰ ਬੜਾ ਕ੍ਰੇਜ਼ ਹੈਗਾ ਇਸ ਚੀਜ਼ ਦਾ। ਉਹਨੂੰ ਤੁਸੀਂ ਥੋੜ੍ਹਾ ਦੱਸੋ। ਇਹਦੇ ਵਿੱਚ ਕੀ ਹੁੰਦਾ ਹੈ ਜੀ, ਅਸੀਂ ਜਦੋਂ ਵੀ ਸੈਂਪਲ ਦੇਖਦੇ ਹਾਂ ਔਰ ਹੈਂਡਰਾਈਟਿੰਗ ਦੇਖਦੇ ਹਾਂ, ਅੱਜ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦੱਸਦਾ। ਜਿੱਦਾਂ ਹੁਣ ਮੈਂ ਬੈਠਾ ਹੋਇਆ, ਹੁਣ ਬੈਠੇ ਹੋਏ ਮੈਂ ਜਾਂ ਤਾਂ ਸਟ੍ਰੇਟ ਬੈਠਦਾ ਹੈ ਜਾਂ ਮੈਂ ਥੋੜ੍ਹਾ ਝੁੱਕ ਕੇ ਬੈਠਦਾ ਜਾਂ ਮੈਂ ਥੋੜ੍ਹਾ ਪਿੱਛੇ ਹੁੰਦਾ ਹੈ।
ਇਸੇ ਤਰ੍ਹਾਂ ਹੈਂਡਰਾਈਟਿੰਗ ਦੇ ਵਿੱਚ ਜਦੋਂ ਤੁਸੀਂ ਲਿਖਦੇ ਹੋ ਨਾ, ਜਾਂ ਤਾਂ ਤੁਹਾਡੀ ਹੈਂਡਰਾਈਟਿੰਗ ਸੱਜੇ ਬੰਨੇ ਜਾਂਦੀ ਹੈ, ਜਾਂ ਸਿੱਧੀ ਹੁੰਦੀ ਹੈ, ਜਾਂ ਖੱਬੇ ਬੰਨੇ ਜਾਂਦੀ ਹੈ। ਸੱਜੇ ਬੰਨੇ ਜਾਂਦੀ ਦਾ ਮਤਲਬ ਹੈ ਕਿ ਤੁਸੀਂ ਬੜੇ ਐਕਸਪ੍ਰੈਸਿਵ ਹੋ, ਇਮੋਸ਼ਨਲ ਹੋ। ਅਸੀਂ ਘਰਾਂ 'ਚ ਦੇਖਿਆ ਹੋਏਗਾ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਘਰ 'ਚ ਮਾਂ ਪਿਓ ਜਾਂ ਕੋਈ ਚਾਚਾ ਚਾਚੀ ਇੱਦਾਂ ਦੇ ਹੁੰਦੇ ਆ ਜਿਹੜੇ ਕੋਈ ਫਿਲਮ ਦਾ ਸੀਨ ਆਵੇ ਤੇ ਇੱਕਦਮ ਇਮੋਸ਼ਨਲ ਹੋ ਜਾਂਦੇ ਆ, ਜਾਂ ਥੋੜਾ ਜਿਹਾ ਬਹੁਤ ਜ਼ਿਆਦਾ ਖੁਸ਼ੀ ਜ਼ਾਹਿਰ ਕਰਦੇ ਆ। ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਦੀ ਹੈਂਡਰਾਈਟਿੰਗ ਨਾ ਸੱਜੇ ਬੰਨੇ ਜਾਂਦੀ ਹੈ। ਅੱਛਾ, ਮੈਂ ਇਹਨਾਂ ਨੂੰ ਥੋੜਾ ਜਿਹਾ ਸਾਈਨ ਕਰਕੇ ਵੀ ਦਿਖਾਉਂਗੀ। ਇਨ ਸ਼ਾਰਟ ਮੈਨੂੰ ਥੋੜਾ ਜਿਹਾ ਦੱਸਣਾ ਪਰਸਨੈਲਿਟੀ ਟ੍ਰੇਟ ਬਾਰੇ। ਆ ਦੇਖੋ ਜੀ, ਮੈਂ ਇਹਨਾਂ ਨੂੰ ਸਾਈਨ ਕਰਕੇ ਦਿਖਾ ਦਿੱਤੇ। ਤੇ ਤੁਹਾਡੇ ਸਾਈਨ ਤੋਂ ਮਨਪ੍ਰੀਤ ਕੌਰ ਲਿਖਿਆ ਤੁਸੀਂ ਜੀ। ਜੀ ਸੋ ਮਨਪ੍ਰੀਤ ਮੈਮ, ਹੁਣ ਤਾਂ ਵੈਸੇ ਅਸੀਂ ਕੈਮਰੇ ਦੇ ਸਾਹਮਣੇ ਆ, ਜੀ, ਬਟ ਮੈਂ ਉਹੀ ਤਾਂ ਹੀ ਮੈਂ ਕਹਿ ਰਹੀ ਇਨ ਸ਼ਾਰਟ ਜੋ ਮੈਂ ਸਾਈਨ ਤੋਂ ਪੜ੍ਹ ਰਿਹਾ ਹੈਗਾ ਕਿ ਤੁਸੀਂ ਇੱਕ ਅੱਛੀ ਪਰਸਨੈਲਿਟੀ ਹੋ, ਸਾਫ ਸੁਥਰੇ ਦਿਲ ਦੇ ਸ਼ਖਸੀਅਤ ਹੋ, ਦੋਗਲਾਪਨ ਨਹੀਂ ਹੈਗਾ ਤੁਹਾਡੇ ਨਾ, ਔਰ ਬਹੁਤ ਕੌਨਫੀਡੈਂਟ ਹੋ। ਜੋ ਵੀ ਕੰਮ ਕਰੋਗੇ ਉਹਨੂੰ ਬੜੇ ਇੰਪੈਕਟਫੁਲ ਤਰੀਕੇ ਨਾਲ ਕਰਦੇ ਹੋ। ਆਪਣੇ ਉੱਤੇ ਯਕੀਨ ਚੰਗਾ ਹੈ ਤੁਹਾਨੂੰ, ਮਤਲਬ, ਔਰ ਤੁਸੀਂ ਤੁਹਾਡਾ ਨਾ ਲੋਕਾਂ ਨਾਲ ਕਨੈਕਟ ਬਹੁਤ ਚੰਗਾ ਹੋਏਗਾ, ਔਰ ਲੋਕੀ ਤੁਹਾਨੂੰ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਟਰਸਟ ਕਰਨਗੇ। ਇੱਦਾਂ ਦੀ ਤੁਹਾਡੀ ਪਰਸਨੈਲਿਟੀ ਦਿਖ ਰਹੀ ਹੈ ਸਿਰਫ ਸਾਈਨ ਤੋਂ। ਬਟ ਜਦੋਂ ਅਸੀਂ ਪੂਰਾ ਸੈਂਪਲ ਦੇਖਦੇ ਹਾਂ ਫਿਰ ਆਪਾਂ ਉਹਦੀ ਪੂਰੀ ਥੋਰੋ ਸਟੱਡੀ ਕਰਦੇ ਹਾਂ। ਔਰ ਜਿੱਦਾਂ ਮੈਂ ਦੱਸ ਰਿਹਾ ਸੀਗਾ, ਕੰਪੈਟੀਬਿਲਿਟੀ ਦੀ ਗੱਲ ਕਰਦੇ ਹਾਂ ਆਪਾਂ। ਹੁਣ ਆਪਾਂ ਕਹਿੰਦੇ ਘਰ ਦੇ ਵਿੱਚ ਕਈ ਸ਼ਖਸ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਅਸੀਂ ਕਹਿੰਦੇ ਹਾਂ ਜੀ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ, ਅਨਕੇਅਰਿੰਗ ਹੈ। ਹੁਣ ਉਹ ਅਨਕੇਅਰਿੰਗ ਨੇਚਰ ਹੈ। ਹੁਣ ਉਹ ਨੇਚਰ ਕਿਸੇ ਦੀ, ਤੁਸੀਂ ਆਪਾਂ ਕੋਸ਼ਿਸ਼ ਬਹੁਤ ਕਰਦੇ ਹਾਂ ਕਿ ਕਿਸੇ ਦੀ ਨੇਚਰ ਬਦਲ ਲਈਏ, ਬਟ ਇੱਦਾਂ ਹੁੰਦਾ ਨਹੀਂ ਹੈ। ਬਟ ਜਦੋਂ ਆਪਾਂ ਨੂੰ ਪਤਾ ਲੱਗੇ ਕਿ ਮੇਰਾ ਪਾਰਟਨਰ ਦੀ ਨੇਚਰ ਇੱਦਾਂ ਦੀ ਹੈ, ਹੁਣ ਇੱਕ ਬੰਦਾ ਇੱਦਾਂ ਦਾ ਮਿਲ ਗਿਆ, ਇੱਕ ਤਾਂ ਬਹੁਤ ਹਾਈਲੀ ਐਕਸਪ੍ਰੈਸਿਵ ਹੈ ਔਰ ਇੱਕ ਸ਼ਾਈ ਹੈ। ਹੁਣ ਇਹ ਦੋਨੋਂ ਬੰਦੇ ਆਪਸ 'ਚ, ਮਤਲਬ ਇੱਕ ਨੇ ਕਹਿਣਾ ਕਿ ਮੈਨੂੰ ਖੁਸ਼ੀ ਬਹੁਤ ਹੈ, ਹੁਣ ਦੂਜੇ ਨੇ ਕਹਿਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਇਹ ਤਾਂ ਫਿਰ ਲੜਾਈਆਂ ਪੰਗੇ ਇਹਨਾਂ ਨੇ ਸ਼ੁਰੂ ਹੋ ਬਹੁਤ ਜਾਂਦੇ ਆ। ਵਧੀਆ ਐਗਜ਼ਾਮਪਲ ਦਿੱਤੀ। ਮੈਂ ਨਾਲ ਹੀ ਨਾਲ ਤੁਹਾਡੇ ਤੋਂ ਇਹ ਵੀ ਸਮਝਣਾ ਚਾਹੁੰਦੀ ਹਾਂ, ਐਸਟ੍ਰੋਲੋਜੀ 'ਚ ਦੇਖੀਏ, ਦੂਸਰੀ ਚੀਜ਼ਾਂ 'ਚ ਅਸੀਂ ਦੇਖੀਏ। ਚਲੋ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਵੈਸਟ ਬੰਗਾਲ ਬੜਾ ਮਸ਼ਹੂਰ ਹੈ ਜਾਦੂ ਨੂੰ ਲੈ ਕੇ। ਮੈਂ ਤੁਹਾਡੀ ਜਾਂ ਤੁਹਾਡਾ ਇਸ ਵਿੱਦਿਆ ਬਾਰੇ ਗੱਲ ਕਰਾਂ, ਕਿੰਨੀ ਕੁ ਪਰਫੈਕਸ਼ਨ ਇਹਦੇ ਵਿੱਚ ਤੁਸੀਂ ਦੇਖਦੇ ਹੋ, ਕਿੰਨੇ % ਰਿਜ਼ਲਟ ਹੈ ਇਹਦੇ 'ਚ? ਆਪਾਂ ਪਰਫੈਕਸ਼ਨ, ਪਹਿਲਾਂ ਤਾਂ ਸਭ ਤੋਂ ਵੱਡੀ ਗੱਲ, ਇਹ ਸਬਜੈਕਟ ਕੀ ਨਹੀਂ ਦੱਸਦਾ, ਇਹ ਫਿਊਚਰ ਪ੍ਰੈਡਿਕਟ ਨਹੀਂ ਕਰਦਾ। ਇਹ ਤੁਹਾਨੂੰ ਤੁਹਾਡੇ ਬਾਰੇ ਦੱਸਦਾ ਹੈ। ਕਿਉਂਕਿ ਤੁਸੀਂ ਨਾ, ਤੁਹਾਡਾ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਕਿੱਦਾਂ ਦੇ ਇੰਪ੍ਰੈਸ਼ਨਸ ਰਹੇ ਹੈ, ਤੁਹਾਨੂੰ ਤੁਹਾਡੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਅਗਰ ਇੱਕੋ ਇਨਸਾਨ ਜਾਣ ਸਕਦਾ ਜਿਹੜਾ ਤੁਹਾਡੀ ਹੈਂਡਰਾਈਟਿੰਗ ਪੜ੍ਹ ਰਿਹਾ ਜਾਂ ਤੁਹਾਡੇ ਕੋਈ ਪਰਸਨੈਲਿਟੀ ਟੈਸਟ ਕਰ ਰਿਹਾ। ਤੁਹਾਨੂੰ ਜਦੋਂ ਤੁਹਾਡੇ ਬਾਰੇ ਪਤਾ ਲੱਗਦਾ ਹੈ, ਔਰ ਤੁਸੀਂ ਕਿਸੇ ਵੀ ਬੰਦੇ ਨੂੰ, ਸਾਡੇ ਲਈ ਕੋਈ ਮੈਟਰ ਨਹੀਂ ਕਰਦਾ ਤੁਸੀਂ ਸਾਫ਼ ਲਿਖਿਆ ਹੈ, ਗੰਦਾ ਲਿਖਿਆ ਹੈ, ਇਹ ਤਾਂ ਜਿੱਦਾਂ ਦੇ ਸਟ੍ਰੋਕ ਲਿਖਦੇ ਹੋ, ਜਿੱਦਾਂ ਦੇ ਮਾਈਂਡ ਤੋਂ ਸਿਗਨਲ ਆਉਂਦਾ ਹੈ, ਖੁੱਲੀ ਹੈਂਡਰਾਈਟਿੰਗ, ਖੁੱਲਾ ਸੁਭਾਅ, ਆਪਾਂ ਇੱਕ ਬੇਸਿਕ ਨੇਚਰ ਹੈ। ਛੋਟੀ ਹੈਂਡਰਾਈਟਿੰਗ ਮਤਲਬ ਤੁਹਾਡੀ ਪਰਸਨੈਲਿਟੀ ਥੋੜੀ ਦੱਬੀ ਹੋਈ ਹੈ। ਬਟ ਇਹਦਾ ਇਹ ਮਤਲਬ ਨਹੀਂ ਹੈ ਬੰਦੇ ਗਲਤ ਹੁੰਦੇ ਆ, ਇਹਨਾਂ ਦੀ ਕੰਸਨਟ੍ਰੇਸ਼ਨ ਬਹੁਤ ਅੱਛੀ ਹੁੰਦੀ ਹੈ, ਫੋਕਸ ਬਹੁਤ ਅੱਛਾ ਹੁੰਦਾ ਹੈ। ਹੁਣ ਹਾਈ ਐਂਡ ਆਪਾਂ ਐਕਟਰ ਦੇਖੀਏ, ਸੇਲਸਮੈਨ ਦੇਖੀਏ, ਇਹ ਆਪਣੇ ਆਪ ਨੂੰ ਨਾ ਖੁੱਲ੍ਹੇਪਨ 'ਚ ਲਿਖਦੇ ਆ, ਵੱਡੀ ਹੈਂਡਰਾਈਟਿੰਗ ਲਿਖਦੇ ਆ, ਮਤਲਬ ਵੱਡਾਪਨ, ਲੌਜਿਕ ਹੈ। ਮਤਲਬ ਹਰ ਗੱਲ ਦੇ ਪਿੱਛੇ ਲੌਜਿਕ ਆਉਂਦਾ ਹੈ। ਮਤਲਬ ਇਹ ਨਹੀਂ ਕਿ ਆਪਾਂ ਕੋਈ ਬਹੁਤ 2+2 ਫਾਰਮੂਲੇ ਨਾਲ ਗੱਲ ਕਰ ਰਹੇ ਹਾਂ। ਆਪਾਂ ਇਸ ਲੌਜਿਕ ਨਾਲ ਵੀ ਸਮਝਣਾ ਚਾਹੁੰਦੇ ਆ ਕਿ ਹਾਂ, ਜਿਨ੍ਹਾਂ ਦੀ ਹੈਂਡਰਾਈਟਿੰਗ ਵੱਡੀ ਹੁੰਦੀ ਹੈ ਉਹ ਸੇਲਸ ਵਾਲੇ ਬੰਦੇ ਹੁੰਦੇ ਆ, ਐਕਟਰ ਹੁੰਦੇ ਆ। ਛੋਟੀ ਹੈਂਡਰਾਈਟਿੰਗ ਵਾਲੇ ਸਾਇੰਟਿਸਟ ਹੁੰਦੇ, ਕੰਸਨਟ੍ਰੇਸ਼ਨ ਬਹੁਤ ਅੱਛੀ ਹੁੰਦੀ ਹੈ, ਇੰਟਰੋਵਰਟ ਟਾਈਪ ਹੁੰਦੇ ਆ, ਥੋੜੇ ਸ਼ਾਈ ਹੁੰਦੇ ਆ, ਆਪਣੇ ਆਪ ਨੂੰ ਰੋਕਦੇ ਆ। ਹੁਣ ਤੁਸੀਂ ਸਾਈਨ ਕਰਦੇ ਹੋ, ਜ਼ਿਆਦਾਤਰ ਲੋਕਾਂ ਦੀ ਸਾਈਨ ਕਰਨ ਦੀ ਆਦਤ ਹੁੰਦੀ ਹੈ, ਜਾਂ ਤਾਂ ਉਹ ਸੱਜੇ ਬੰਨੇ ਸਾਈਨ ਕਰਨਗੇ ਜਾਂ ਖੱਬੇ ਬੰਨੇ ਕਰਨਗੇ ਜਾਂ ਵਿੱਚ ਕਰਨਗੇ। ਇਹਦਾ ਵੀ ਮਤਲਬ ਹੈ ਸੱਜੇ ਬੰਨੇ ਸਾਈਨ ਕਰਦੇ ਹੋ, ਇਹਦਾ ਮਤਲਬ ਤੁਸੀਂ ਫਿਊਚਰ ਓਰੀਐਂਟਡ ਹੋ। ਖੱਬੇ ਬੰਨੇ ਸਾਈਨ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਥੋੜਾ ਜਿਹਾ ਪਿਛਲੀਆਂ ਯਾਦਾਵਾਂ ਨਾਲ ਜੁੜੇ ਹੋਏ ਹੋ, ਆਪਣੇ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਚਾਹੁੰਦੇ ਹੋ। ਇਹ ਟੇਢੇ ਜਾ ਰਹੇ ਨੇ, ਇਹ ਸੱਜੇ ਵੀ ਨਹੀਂ ਜਾ ਰਹੇ, ਖੱਬੇ ਵੀ ਨਹੀਂ ਜਾ ਰਹੇ, ਸੈਂਟਰ 'ਚ ਵੀ ਨਹੀਂ, ਟੇਢਾ ਜਾ ਰਿਹਾ। ਤੁਹਾਡੇ ਜਿਹੜੇ ਸਾਈਨ ਹੈ ਨਾ ਉੱਪਰ ਨੂੰ ਜਾ ਰਹੇ ਆ। ਉੱਪਰ ਜਾਣ ਦਾ ਮਤਲਬ ਹਮੇਸ਼ਾ ਅਸੀਂ ਗਰੋਥ ਮੰਨਦੇ ਹਾਂ। ਐਂਬੀਸ਼ੀਅਸ ਹੋ ਤੁਸੀਂ, ਇਨਕਲਾਈਨਡ ਮੋਡ ਹੈ। ਇਹੀ ਤਰ੍ਹਾਂ ਅਗਰ ਸਾਈਨ ਤੁਹਾਡੇ ਸਿੱਧੇ ਹੈ, ਤੁਸੀਂ ਈਜ਼ੀ ਗੋਇੰਗ ਹੋ, ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਇਸੇ ਤਰ੍ਹਾਂ ਹੈਂਡਰਾਈਟਿੰਗ ਤੋਂ ਔਰ ਸਿਗਨੇਚਰ ਤੋਂ ਤੁਹਾਡਾ ਡਿਪਰੈਸ਼ਨ, ਅੱਛਾ, ਇੱਕ ਬੜਾ ਇੰਟਰਸਟਿੰਗ ਸਵਾਲ ਹੈ। ਕੁਝ ਤਰਕਸ਼ੀਲ ਵੱਲੋਂ ਤਰਕ ਵੀ ਦਿੱਤੇ ਜਾਂਦੇ ਨੇ ਕਿ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਕਿ ਉਹਨਾਂ ਦੀ ਕਿਸਮਤ ਨਹੀਂ ਹੁੰਦੀ। ਸੋ ਜਿਨ੍ਹਾਂ ਦੇ ਹੱਥ ਨਹੀਂ ਹੈ, ਹੋ ਸਕਦਾ ਕਿਸੇ ਦੀ ਕੋਈ ਮਜਬੂਰੀ ਹੋਏ, ਜਾਂ ਜਿਨ੍ਹਾਂ ਦੇ ਨਹੀਂ ਹੈ, ਤਾਂ ਫਿਰ ਉਹਨਾਂ ਨੂੰ ਤੁਸੀਂ ਕਿਵੇਂ ਉਹਨਾਂ ਦੇ ਪਰਸਨੈਲਿਟੀ ਨੂੰ ਜੱਜ ਕਰੋਗੇ? ਦੇਖੋ, ਇਹਦੇ ਲਈ ਲਿਖਣਾ ਜ਼ਰੂਰੀ ਹੈ। ਔਰ ਜਿੱਦਾਂ ਮੈਂ ਕਿਹਾ, ਇਹ ਬ੍ਰੇਨ ਦਾ ਸਿਗਨਲ ਹੈ। ਹੁਣ ਬ੍ਰੇਨ ਸਿਗਨਲ 'ਚ ਅਸੀਂ ਇਹ ਮੰਨਦੇ ਹਾਂ ਕਿ ਇਹ ਹੈਂਡਰਾਈਟਿੰਗ ਲਈ ਅਸੀਂ ਹੱਥ ਯੂਜ਼ ਕਰਦੇ ਹਾਂ। ਬਟ ਤੁਸੀਂ ਹੈਰਾਨ ਹੋਵੋਗੇ ਜਿਨ੍ਹਾਂ ਦੇ ਹੱਥ ਨਹੀਂ ਹੈ, ਉਹ ਅਗਰ ਪੈਰ ਦੇ ਨਾਲ ਵੀ ਲਿਖਦੇ ਹੈ, ਉਹ ਵੀ ਸਟੱਡੀ ਹੋ ਜਾਂਦਾ ਹੈ, ਕਿਉਂਕਿ ਸਿਗਨਲ ਬ੍ਰੇਨ ਤੋਂ ਆ ਰਿਹਾ ਹੈ।
ਅੱਛਾ, ਜਿਹੜੇ ਲਿਖ ਨਹੀਂ ਪਾਉਂਦੇ, ਥੰਬ ਇੰਪ੍ਰੈਸ਼ਨ ਦਿੰਦੇ ਨੇ, ਉਹਨਾਂ ਨੂੰ ਤੁਸੀਂ ਥੰਬ ਕਿਵੇਂ ਇੰਪ੍ਰੈਸ਼ਨ ਚ ਨਹੀਂ ਆਪਾਂ ਦੱਸ ਪਾਵਾਂਗੇ, ਕਿਉਂਕਿ ਇਹ ਨਾ ਸੋ ਮੀਨਸ ਸਟ੍ਰੋਕ ਰੀਡਿੰਗ ਹੈ। ਇਲਿਟਰੇਟ ਵਾਸਤੇ ਕੋਈ ਤੁਹਾਡੇ ਕੋਲੇ ਉਹਨਾਂ ਲਈ way ਨਹੀਂ ਹੈ, outs ਕਿਉਂਕਿ ਇਹ ਨਾ ਸਟ੍ਰੋਕ ਸਟੱਡੀ ਹੈ। ਤੁਸੀਂ ਜਦ ਤੱਕ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰੋਗੇ, ਲਿਖੋਗੇ ਨਹੀਂ। ਵਨ ਥਿੰਗ ਮੋਰ, ਮੈਂ ਸਾਈਨ ਇੰਗਲਿਸ਼ ਚ ਕੀਤੇ, ਮੈਂ ਲੈਂਗੁਏਜਸ ਤੇ ਆ ਰਹੀ ਹਾਂ, ਤੁਸੀਂ ਕਿਹੜੀ ਲੈਂਗੁਏਜਸ ਨੂੰ ਪੜ੍ਹ ਸਕਦੇ ਹੋ, ਕਿਹੜੇ ਲੈਂਗੁਏਜਸ ਦੀ ਐਨਾਲਿਸਿਸ ਕਰ ਸਕਦੇ ਹੋ? ਕੋਈ ਵੀ ਲੈਂਗੁਏਜ, ਹਿੰਦੀ, ਅੰਗਰੇਜ਼ੀ, ਪੰਜਾਬੀ ਜਾਂ ਕਿਸੇ ਵੀ ਲੈਂਗੁਏਜ ਦੀ ਕੋਈ ਰਾਈਟਿੰਗ ਸੈਂਪਲ ਆਂਦਾ ਹੈ, ਇਹਦੇ ਵਿੱਚ ਕੰਟੈਂਟ ਮੈਟਰ ਨਹੀਂ ਕਰਦਾ। ਤੁਸੀਂ ਕੀ ਲਿਖਿਆ ਹੈ, ਕੀ ਉਹਦੇ ਵਿੱਚ ਲਿਖਿਆ ਹੈ, ਸਾਫ਼ ਲਿਖਿਆ, ਗੰਦਾ ਲਿਖਿਆ, ਇਹਦੇ ਵਿੱਚ ਕੀ ਮੈਟਰ ਕਰਦਾ ਹੈ? ਤੁਸੀਂ ਸਪੇਸ ਕਿੰਨਾ ਛੱਡ ਰਹੇ ਹੋ, ਲੈਫਟ ਤੇ ਕਿੰਨਾ ਛੱਡ ਰਹੇ ਹੋ, ਰਾਈਟ ਤੇ ਕਿੱਦਾਂ ਛੱਡ ਰਹੇ ਹੋ, ਲਾਈਨਾਂ ਦੇ ਵਿੱਚ ਕਿੰਨੀ ਕੁ ਸਪੇਸਿੰਗ ਹੈ, ਟਾਈਟ ਲਿਖ ਰਹੇ ਹੋ, ਛੋਟਾ ਲਿਖ ਰਹੇ ਹੋ, ਵੱਡਾ ਲਿਖ ਰਹੇ ਹੋ, ਮਲਟੀਪਲ ਐਂਗਲਸ ਹੈ ਉਹਦੇ ਵਿੱਚ। ਲੈਂਗੁਏਜ ਦਾ ਕੋਈ ਮੈਟਰ ਨਹੀਂ ਕਰਦਾ ਬਹੁਤਾ, ਬਟ ਜ਼ਿਆਦਾਤਰ ਹਰੇਕ ਲੈਂਗੁਏਜ ਦੇ ਵਿੱਚ ਇਹਨੂੰ ਸਟੱਡੀ ਕੀਤਾ ਜਾਂਦਾ ਹੈ। ਅੱਛਾ, ਗ੍ਰਾਫੋਲੋਜੀ ਸਟੱਡੀ ਜਿਹੜੀ ਤੁਸੀਂ ਕੀਤੀ ਹੈ, ਉਹ ਨਾ ਤਾਂ ਤੁਹਾਡਾ ਜੈਂਡਰ ਦਰਸਾਉਂਦੀ ਹੈ, ਨਾ ਹੀ ਤੁਹਾਡੇ ਏਜ ਨੂੰ, ਨਾ ਹੀ ਪ੍ਰੋਫੈਸ਼ਨ ਨੂੰ, ਫਿਰ ਇਸ ਨੂੰ ਤੁਸੀਂ ਕਿਵੇਂ ਇਵੈਲੂਏਟ ਕਰਦੇ ਹੋ? ਨਹੀਂ, ਇਹਦੇ ਵਿੱਚ ਪਤਾ ਕੀ ਹੁੰਦਾ, ਹਰ ਸਾਇੰਸ ਦੇ ਕੁਝ ਰੂਲ ਹੈ। ਹਰੇਕ ਸਾਇੰਸ ਕਹਿੰਦੀ ਹੈ ਕਿ ਕੁਝ ਐਜ਼ੰਪਸ਼ਨਸ ਹੁੰਦੀਆਂ, ਤੇ ਅਸੀਂ ਜਦੋਂ ਵੀ ਕੋਈ ਸੈਂਪਲ ਲੈਂਦੇ ਆ ਉਹਦੇ ਕੋਲ ਬੇਸਿਕ ਇਨਫੋਰਮੇਸ਼ਨ ਲੈਂਦੇ ਆ। ਬੇਸਿਕ ਇਨਫੋਰਮੇਸ਼ਨ ਕੀ ਹੁੰਦਾ ਹੈ ਕਿ ਤੁਹਾਡੀ ਉਮਰ ਕਿੰਨੀ ਹੈ, ਕਿਉਂਕਿ ਉਮਰ ਤੋਂ ਅਸੀਂ ਤੁਹਾਡੀ ਅਗਰ ਲਾਈਫ 'ਚ ਕੋਈ ਡਿਸਟਰਬੈਂਸ ਹੋਈ ਹੈ ਉਹ ਵੀ ਆਪਾਂ ਆਇਡੈਂਟੀਫਾਈ ਕਰ ਲੈਂਦੇ ਆ ਕਿ ਅਗਰ ਤੁਹਾਡੇ ਨਾਲ ਕੋਈ ਦਿੱਕਤ ਹੋਈ ਹੈ, ਤੁਸੀਂ ਕਿਸ ਪ੍ਰੋਫੈਸ਼ਨ ਦੇ ਹੋ, ਮੇਲ ਹੋ, ਫੀਮੇਲ ਹੋ, ਬਿਕੋਜ਼ ਗ੍ਰਾਫੋਲੋਜੀ ਨਹੀਂ ਦੱਸਦੀ, ਫਿਊਚਰ ਪ੍ਰੈਡਿਕਟ ਨਹੀਂ ਕਰਦੀ। ਕਿਉਂਕਿ ਬਹੁਤ ਸਾਰਿਆਂ ਨੂੰ ਹੁੰਦਾ ਹੈ ਕਿ ਜੀ ਇਹ ਐਸਟ੍ਰੋਲੋਜੀ ਹੈ ਕਿਆ, ਕੋਈ ਇਹਨੂੰ ਕੈਲੀਗ੍ਰਾਫੀ ਕਹਿੰਦੇ ਆ ਕਿ ਸੋਹਣੀ ਹੈਂਡ ਰਾਈਟਿੰਗ। ਨਹੀਂ, ਇਹ ਤੁਹਾਡੇ ਸਟ੍ਰੋਕ ਜਿੱਦਾਂ ਤੁਸੀਂ ਲਿਖੇ ਹੈ, ਜਿੱਦਾਂ ਤੁਸੀਂ ਜੀ ਫਾਰਮੇਸ਼ਨ ਕਰ ਰਹੇ ਹੋ, ਉਹ ਪੂਰੇ ਸਿਗਨਲਸ ਤੁਹਾਡੇ ਅੰਦਰੋਂ ਦੀ ਦੱਸਦੇ ਆ ਉਹਦੇ ਬਾਰੇ। ਅੱਜ ਕੱਲ੍ਹ ਆਮ ਅਸੀਂ ਦੇਖ ਰਹੇ ਹਾਂ, ਕਰੋਨਾ ਕਾਲ ਜਦ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਬੜੇ ਵੱਧ ਗਏ ਹੈ, ਕਿ ਉਹਦੇ ਵਾਸਤੇ ਵੀ ਹੈਲਪਫੁਲ ਹੈ ਕਪਲਸ ਵਾਸਤੇ, ਜਿਹੜੇ ਡਿਸਪਿਊਟਸ ਘਰਾਂ ਦੇ ਅੰਦਰ ਹੋ ਰਹੇ ਨੇ, ਜਾਂ ਸੱਸ ਨੂੰਹ ਦੀ ਲੜਾਈ, ਨੂੰਹ ਸੱਸ ਦੀ ਲੜਾਈ, ਜਾਂ ਮੀਆਂ ਬੀਵੀ ਦੀ ਲੜਾਈ, ਉਹਦੇ ਵਿੱਚ ਵੀ ਕੁਝ ਹੈਲਪ ਮਿਲ ਸਕਦੀ ਹੈ? ਹੁਣੇ ਲੜਾਈ ਹਜੇ ਤੱਕ ਅਸੀਂ ਜਿੰਨੀ ਗੱਲ ਕੀਤੀ ਸੀ ਕਿ ਜੀ ਆਪਾਂ ਇੱਕ ਬੇਸਿਕ ਗੱਲ ਕਰੀਏ ਕਿ ਤੁਸੀਂ ਮੇਰਾ ਸੈਂਪਲ ਸਟੱਡੀ ਕਰ ਲਿਆ ਜੀ, ਤੁਸੀਂ ਮੈਨੂੰ ਡਾਇਗਨੋਸ ਕਰ ਲਿਆ, ਮੇਰੀ ਪ੍ਰੋਬਲਮ ਪਤਾ ਲੱਗ ਗਈ ਜੀ, ਮੈਂ ਤਾਂ ਬੜਾ ਡਰਿਆ ਹੋਇਆ ਇਨਸਾਨ ਹੈ, ਮੇਰਾ ਹਸਬੈਂਡ ਜਾਂ ਮੇਰੀ ਵਾਈਫ ਬਹੁਤ ਆਊਟਸਪੋਕਨ ਹੈ, ਮੈਂ ਇੰਟਰੋਵਰਟ ਹੈ। ਹੁਣ ਇਹ ਡਾਇਗਨੋਸ ਹੋ ਗਿਆ, ਇਹਦਾ ਅੱਗੇ ਸੋਲੂਸ਼ਨ ਕੀ ਹੈ? ਸੋਲੂਸ਼ਨ ਦਾ ਨਾਮ ਜਿਹੜਾ ਅਸੀਂ ਕਹਿੰਦੇ ਹਾਂ ਕਿ ਸ਼ਬਦਾਂ ਨੂੰ ਚੇਂਜ ਕਰਕੇ ਅਸੀਂ ਆਪਣੀ ਪਰਸਨੈਲਿਟੀ ਨੂੰ ਵੀ ਚੇਂਜ ਕਰ ਸਕਦੇ ਹਾਂ, ਇਹਨੂੰ ਕਹਿੰਦੇ ਆ ਗ੍ਰਾਫੋਥੈਰੇਪੀ। ਤੁਸੀਂ ਸੁਣਿਆ ਹੋਵੇਗਾ ਫਿਜ਼ੀਓਥੈਰੇਪੀ ਜਾਂ ਹੋਰ ਥੈਰੇਪੀ ਸੁਣਿਆ ਹੋਵੇਗਾ। ਇਸੇ ਤਰ੍ਹਾਂ ਸ਼ਬਦਾਂ ਨੂੰ ਚੇਂਜ, ਆਪਾਂ ਕੀ ਕਹਿੰਦੇ ਹਾਂ, ਬ੍ਰੇਨ ਰਾਈਟਿੰਗ ਹੈ, ਦਿਮਾਗ ਤੋਂ ਸਿਗਨਲ ਆਇਆ, ਮੈਂ ਇੱਕ ਜਾਂ ਤਾਂ ਟਾਈਟ ਲਿਖੂੰਗਾ, ਸਲੋ ਲਿਖੂੰਗਾ। ਇਸੇ ਤਰ੍ਹਾਂ ਅਗਰ ਮੈਂ ਸਟ੍ਰੋਕ ਚੇਂਜ ਕਰਦਾ ਹਾਂ ਤਾਂ ਸਿਗਨਲ ਵਾਪਸ ਮੇਰੇ ਮਾਈਂਡ 'ਚ ਜਾਂਦਾ, ਜਿਹਨੂੰ ਨਿਊਰੋਨਸ ਕਹਿੰਦੇ ਆ, ਪਾਥਵੇ ਕਹਿੰਦੇ ਆਪਣਾ, ਉਹਨਾਂ ਦੇ ਵਿੱਚ ਚੇਂਜ ਆਉਂਦਾ ਹੈ। ਔਰ ਓਵਰ ਏ ਪੀਰੀਅਡ ਆਫ 30 to 40 ਡੇਜ਼ ਅਗਰ ਤੁਸੀਂ ਪ੍ਰੈਕਟਿਸ ਕਰਦੇ ਹੋ, ਇੱਕ ਪਰਟੀਕੂਲਰ ਤੁਹਾਡੀ ਪਰਸਨੈਲਿਟੀ ਵੀ ਚੇਂਜ ਹੁੰਦੀ ਹੈ। ਹੁਣ ਡਿਪੈਂਡਿੰਗ ਅਪੋਨ ਕਿ ਕਿੱਦਾਂ ਦਾ ਕੇਸ ਆਇਆ ਹੈ, ਕੀ ਤੁਸੀਂ ਡਿਸਕਸ ਕਰ ਰਹੇ ਹੋ, ਨੇਚਰ ਅਗਰ ਪਤਾ ਲੱਗ ਜਾਂਦੀ ਹੈ, ਸ਼ਬਦਾਂ ਤੋਂ ਵੀ ਆਪਾਂ ਪਰਸਨੈਲਿਟੀ ਨੂੰ ਚੇਂਜ ਕਰ ਸਕਦੇ ਹਾਂ। ਅੱਛਾ, ਇੱਕ ਕ੍ਰਿਮੀਨਲ ਨੂੰ ਫੜਨ ਵਾਸਤੇ ਵੀ ਜਿਹੜੀਆਂ ਚਾਹੇ ਉਹ ਏਜੰਸੀਜ਼ ਨੇ, ਪੁਲਿਸ ਮਹਿਕਮਾ, ਜਾਂ ਜੋ ਸਾਰੇ ਈਵਨ ਫੋਰੈਂਸਿਕ ਸਾਇੰਸ ਦੇ ਵਿੱਚ ਵੀ ਅਸੀਂ ਦੇਖਿਆ ਸਾਈਨ ਦੀ ਬੜੀ ਮਹੱਤਤਾ ਹੁੰਦੀ ਹੈ। ਸੋ ਆਰ ਯੂ ਡੀਲਿੰਗ ਵਿਦ ਦੈਟ ਟੂ? ਗ੍ਰਾਫੋਲੋਜੀ ਦੇ ਵਿੱਚ ਇਹਦਾ ਆਨਸਰ ਹੈਗਾ ਹੈ। ਔਰ ਤੁਸੀਂ ਸੁਣਿਆ ਹੋਵੇਗਾ ਲੇਟੈਸਟ ਕਈ ਕੇਸਿਸ ਹੈ, ਔਰ ਲੇਟੈਸਟ ਤੁਸੀਂ ਸੁਸ਼ਾਂਤ ਸਿੰਘ ਦਾ ਕੇਸ ਸੁਣਿਆ ਹੋਵੇਗਾ ਕਿ ਇਹ ਕੇਸਿਸ ਫੋਰੈਂਸਿਕ ਨੂੰ ਰੈਫਰ ਹੋਏ ਸੀ, ਉੱਥੇ ਹੈਂਡ ਰਾਈਟਿੰਗ ਐਨਾਲਿਸਿਸ ਕੰਮ ਆਉਂਦਾ ਹੈ। ਔਰ ਈਵਨ ਸੁਸਾਈਡਲ ਟੈਂਡੈਂਸੀਜ਼ ਜਿਹਨੂੰ ਕਹਿੰਦੇ ਆ ਨਾ, ਹੈਂਡ ਰਾਈਟਿੰਗ ਤੋਂ ਬਹੁਤ ਕਲੀਅਰਲੀ ਪਤਾ ਲੱਗ ਜਾਂਦੀ ਹੈ ਕਿ ਜੇ ਤੁਹਾਡਾ ਡਿਪਰੈਸ਼ਨ ਚੱਲ ਰਿਹਾ ਹੈ, ਤੁਸੀਂ ਦੁਖੀ ਚੱਲ ਰਹੇ ਹੋ, ਤੁਹਾਡੀ ਕੋਈ ਹੈਲਥ ਇਸ਼ੂ ਚੱਲ ਰਿਹਾ ਹੈ, ਇੱਦਾਂ ਦੀਆਂ ਚੀਜ਼ਾਂ ਦੇ ਵੀ ਇੰਡੀਕੇਸ਼ਨ ਇਹ ਬੜਾ ਇੰਟਰਸਟਿੰਗ ਪੁਆਇੰਟ ਇਹਨਾਂ ਨੇ ਰੇਜ਼ ਕੀਤਾ ਹੈ ਕਿ ਜੇਕਰ ਤੁਸੀਂ ਦੁਖੀ ਹੋ, ਡਿਪਰੈਸਡ ਹੋ ਜਾਂ ਸਟ੍ਰੈਸ ਦੇ ਵਿੱਚ ਹੋ, ਤੁਹਾਡੀ ਹੈਂਡ ਰਾਈਟਿੰਗ ਉਹਨੂੰ ਬਿਆਨ ਕਰਦੀ ਹੈ, ਤਾਂ ਸ਼ਾਇਦ ਕਿਤੇ ਨਾ ਕਿਤੇ ਇਹ ਹੈਲਪਫੁਲ ਹੋ ਸਕਦੇ ਨੇ। ਸੋ ਤੁਹਾਡੇ ਕੋਲ ਕੋਈ ਕਾਲਸ ਵਗੈਰਾ ਆਫ ਕੋਰਸ ਜਿਹੜੀਆਂ ਆਉਂਦੀਆਂ ਨੇ, ਕਿਸ ਤਰ੍ਹਾਂ ਦੀਆਂ ਆਉਂਦੀਆਂ ਨੇ, ਤੇ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਪ੍ਰੋਬਲਮਸ ਕਿੱਦਾਂ ਦੀਆਂ ਹੁੰਦੀਆਂ ਨੇ, ਕੀ ਮਤਲਬ ਤੁਸੀਂ ਸੋਲੂਸ਼ਨ ਕੀ ਦਿੰਦੇ ਹੋ ਕਿ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਸੁਸਾਈਡ ਨੂੰ ਲੈ ਕੇ ਥਾਟਸ ਵੀ ਚੱਲਦੇ ਨੇ, ਉਹਨਾਂ ਨੂੰ ਕਿੱਦਾਂ ਰੋਕ ਲਗਾਈ ਜਾ ਸਕਦੀ ਹੈ? ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਅਸੀਂ ਜਦੋਂ ਗੱਲ ਕਰਨੀ ਸ਼ੁਰੂ ਕੀਤੀ ਸੀ ਕਿ ਇਹ ਕਿਹੜੇ ਸਬਜੈਕਟ ਲਈ ਇੰਪੋਰਟੈਂਟ ਹੈ। ਅਸੀਂ ਕਹਿੰਦੇ ਹਾਂ ਕਿ ਇਹ ਸਟੂਡੈਂਟ ਲਈ ਵੀ ਇੰਪੋਰਟੈਂਟ ਹੈ, ਕਿ ਇੱਕ ਪੇਰੈਂਟ ਨੂੰ ਪਤਾ ਲੱਗਦਾ, ਇੱਕ ਟੀਚਰ ਨੂੰ ਪਤਾ ਲੱਗਦਾ ਹੈ ਕਿ ਜੀ ਮੇਰਾ ਬੱਚਾ ਅੱਜ ਦੀ ਡੇਟ 'ਚ ਕਿਹੜੇ ਪਾਸੇ ਜਾ ਰਿਹਾ ਹੈ। ਇੱਕ ਐਮਪਲੋਇਰ ਲਈ, ਐਮਪਲੋਈ ਰੱਖਣਾ ਹੈ, ਉਹ ਕਿੰਨਾ ਕੁ ਇਮਾਨਦਾਰ ਹੋਏਗਾ, ਕਿੰਨਾ ਕੁ ਐਕਸਪ੍ਰੈਸਿਵ ਹੈ, ਜਿਸ ਰੋਲ ਲਈ ਰੱਖ ਰਹੇ ਹੋ ਉਹ ਕੰਮ ਆਏਗਾ ਕਿ ਨਹੀਂ ਆਏਗਾ। ਐਜ਼ ਏ ਪ੍ਰੋਫੈਸ਼ਨਲ ਤੁਸੀਂ ਕਿਸੇ ਦਾ ਕੈਰੀਅਰ ਪਾਥ ਦੱਸ ਰਹੇ ਹੋ, ਉਹਦੇ ਵਿੱਚ ਵੀ ਉਹਦੀ ਲੋੜ ਪੈਂਦੀ ਹੈ। ਅਤੇ ਇਹ ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਪਿਕ ਕੀਤਾ ਹੈ। ਅਸੀਂ ਹੈਂਡ ਰਾਈਟਿੰਗ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਤੁਹਾਨੂੰ ਇੱਕ ਫਸਟ ਏਡ ਦੀ ਤਰ੍ਹਾਂ ਕੰਮ ਕਰਦਾ ਹੈ। ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਹ ਟੈਂਡੈਂਸੀਜ਼ ਤੁਹਾਡੇ 'ਚ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਹੈਂਡ ਰਾਈਟਿੰਗ ਦੇ ਕੁਝ ਖਾਸ ਤਰ੍ਹਾਂ ਦੇ ਪੈਟਰਨ ਹੈ ਕਿ ਜਦੋਂ ਸਾਨੂੰ ਉਹ ਇੰਡੀਕੇਟਰ ਆਉਣੇ ਸ਼ੁਰੂ ਹੁੰਦੇ ਹੈ
ਤੇ ਸਾਡੇ ਕੋਲ ਕੋਈ ਵੀ ਸੈਂਪਲ ਆਂਦਾ, ਜਿੱਦਾਂ ਹੁਣ ਅਸੀਂ ਬੱਚਿਆਂ ਦੇ ਲਈ ਦੇਖਦੇ ਹਾਂ, ਬੱਚਿਆਂ ਦਾ ਕਰੀਅਰ ਪਾਥ ਲਈ ਗੱਲਾਂ ਕਰਦੇ ਹਾਂ ਔਰ ਉਹਦੇ 'ਚ ਇਹਨੂੰ ਟੂਲ ਨੂੰ ਯੂਜ਼ ਕਰਦੇ ਹਾਂ, ਜਾਂ ਕਿਸੇ ਵੀ ਪ੍ਰੋਫੈਸ਼ਨਲ ਕੋਈ ਸਾਡੇ ਕੋਲ ਆਇਆ, ਉਹਨੇ ਸੈਂਪਲ ਦਿੱਤਾ, ਉਸ ਸੈਂਪਲ ਦੇ ਵਿੱਚ ਜੇ ਕੋਈ ਪਰਟੀਕੂਲਰ ਲਾਈਨ, ਮਤਲਬ ਇਹਦਾ ਇੱਕ ਮਤਲਬ ਹੁੰਦਾ ਹੈ ਕਿ ਤੁਸੀਂ ਜਨਰਲੀ ਸਿੱਧਾ ਲਿਖਦੇ ਹੋ, ਲਿਖਦੇ ਲਿਖਦੇ ਤੁਸੀਂ ਥੱਲੇ ਨੂੰ ਜਾਣ ਲੱਗ ਪਏ ਹੋ, ਮਤਲਬ ਲੌਜਿਕ ਹੈ ਇਹਦਾ, ਮਤਲਬ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਢਿੱਲਾ ਛੱਡ ਰਹੇ ਹੋ। ਇਹ ਇੱਕ ਇੰਡੀਕੇਟਰ ਹੈ। ਜਿੱਦਾਂ ਹੀ ਤੁਸੀਂ ਉਹਨੂੰ ਬੰਦੇ ਨੂੰ ਪੁੱਛਦੇ ਹੋ, ਸਾਡੇ ਕੋਲ ਕੁਝ ਕੇਸ ਆਉਂਦੇ, ਬੱਚਿਆਂ ਦੇ ਆਉਂਦੇ ਆ, ਹੈਂਡਰਾਈਟਿੰਗ ਬੜੀ ਸੋਹਣੀ ਚੱਲ ਰਹੀ ਹੁੰਦੀ ਹੈ, ਅਚਾਨਕ ਡਿੱਗਣੀ ਸ਼ੁਰੂ ਹੋ ਜਾਂਦੀ ਹੈ, ਤੁਸੀਂ ਪਲਟ ਕੇ ਉਹਨਾਂ ਨੂੰ ਪੁੱਛਦੇ ਹੋ ਕਿ ਬੇਟਾ ਤੂੰ ਖੁਸ਼ ਹੈ, ਕੋਈ ਦਿੱਕਤ ਤਾਂ ਨਹੀਂ ਹੈ, ਔਰ ਸਡਨਲੀ ਦੈਟ ਉਹ ਬੱਚਾ ਜਿਹੜਾ ਹੁੰਦਾ ਨਾ, ਉਹ ਰੋਣਾ ਸ਼ੁਰੂ ਕਰ ਦਿੰਦਾ ਕਿ ਹਾਂਜੀ ਜੀ ਮੇਰੇ ਨਾਲ ਤਾਂ ਆਹ ਦਿੱਕਤ ਹੋਈ ਸੀ। ਫਿਰ ਇੱਦਾਂ ਦੇ ਕੇਸਿਸ ਦੇ ਵਿੱਚ ਇੱਕ ਹਿੰਟ ਹੁੰਦਾ ਹੈ ਕਿ ਜਾਂ ਤੈਨੂੰ ਕਿਸੇ ਤਰ੍ਹਾਂ ਦੀ ਥੈਰੇਪੀ ਦੀ ਲੋੜ ਹੈ, ਔਰ ਇਹਦੇ ਵਿੱਚ ਇੱਕ ਸੋਲੂਸ਼ਨ ਕੁਝ ਸ਼ਬਦਾਂ ਰਾਹੀਂ ਵੀ, ਜਿੱਦਾਂ ਮੈਂ ਗੱਲ ਕੀਤੀ, ਜਾਂ ਉਹਦੇ ਵਿੱਚ ਆਪਾਂ ਨੂੰ ਮੈਡੀਕਲ ਹੈਲਪ ਲੈਣੀ ਪਏਗੀ ਜੇ ਕੇਸ ਜ਼ਿਆਦਾ ਸੀਰੀਅਸ ਹੈ। ਸੋ ਇਹ ਸੀ ਸਾਡੇ ਨਾਲ ਸੰਜੀਵ ਚੰਡੋਕ। ਤੁਸੀਂ ਦੇਖਿਆ ਕਿੰਨੀਆਂ ਵਧੀਆ ਗੱਲਾਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸ਼ਬਦਾਂ ਦੀ ਦੁਨੀਆ ਦੇ ਜਾਦੂਗਰ ਜਾਂ ਬਾਦਸ਼ਾਹ ਕਹਾਂ ਕਿ ਜਿਹੜੇ ਤੁਹਾਡੇ ਹੈਂਡਰਾਈਟਿੰਗ ਜਰੀਏ, ਜਾਂ ਮੈਂ ਕਹਾਂ ਕਿ ਇੱਕ ਸਾਈਨ ਦੇ ਥਰੂ ਹੀ ਦੱਸ ਦਿੰਦੇ ਨੇ, ਜੱਜ ਕਰਦੇ ਨੇ ਕਿ ਤੁਹਾਡੇ ਮਨ 'ਚ ਕੀ ਚੱਲ ਰਿਹਾ ਹੈ, ਬ੍ਰੇਨ ਦੇ ਵਿੱਚ ਕਿਸ ਤਰ੍ਹਾਂ ਦੇ ਥਾਟਸ ਨੇ, ਤੁਹਾਡੇ ਪਰਸਨੈਲਿਟੀ ਟ੍ਰੇਟਸ ਬਾਰੇ ਬੇਹੱਦ ਵਧੀਆ ਜਾਣਕਾਰੀ ਰੱਖਦੇ ਨੇ। ਹੈਗੇ ਆ ਜਲੰਧਰ ਤੋਂ, ਪਿਛਲੇ 15 ਸਾਲਾਂ ਤੋਂ ਇਹ ਇਸੇ ਤੇ ਹੀ ਕੰਮ ਕਰ ਰਹੇ ਆ, ਚੰਡੀਗੜ੍ਹ ਦੇ ਵਿੱਚ ਰਹਿ ਕੇ, ਔਰ ਇੱਕ ਨਿਵੇਕਲੀ ਵਿਦਿਆ ਇਹਨਾਂ ਨੇ ਹਾਸਲ ਕੀਤੀ ਔਰ ਉਸੇ ਤੇ ਹੀ ਲੋਕਾਂ ਨੂੰ ਰਾਹ ਵੀ ਪਾ ਰਹੇ ਨੇ, ਦੱਸਦੇ ਵੀ ਨੇ, ਜਿਵੇਂ ਕਿ ਕਰੀਅਰ ਗਾਈਡੈਂਸ ਵੀ ਨਾਲ ਦਿੰਦੇ ਨੇ। ਕਰੀਅਰ ਗਾਈਡੈਂਸ ਦੇ ਨਾਲ ਪਾਰਟਨਰ ਕੰਪੈਟੇਬਿਲਿਟੀ ਬਾਰੇ ਵੀ ਇਹ ਵਿਸਤਾਰ 'ਚ ਦੱਸਦੇ ਨੇ ਕਿ ਜੇਕਰ ਤੁਸੀਂ ਵਿਆਹ ਦੇ ਵੱਲ ਤੁਰ ਰਹੇ ਹੋ ਤੇ ਤੁਹਾਡੇ ਪਾਰਟਨਰ ਦੇ ਸਾਈਨ ਦੇਖ ਕੇ ਦੱਸ ਦੇਣਗੇ ਕਿ ਤੁਹਾਡੇ ਨਾਲ ਆਪਸ 'ਚ ਕੰਪੈਟੇਬਿਲਿਟੀ ਹੈ ਜਾਂ ਨਹੀਂ ਹੈ। ਹੋਰ ਇਸ ਤਰ੍ਹਾਂ ਦੇ तमाम ਇਸ਼ੂਜ਼ ਜਿਹੜੇ ਆਮ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਲੋੜੀਂਦਾ ਹੁੰਦੇ ਨੇ, ਉਸ ਤੇ ਵੀ ਇਹ ਇੱਕ ਗਾਈਡੈਂਸ ਦੇ ਤੌਰ ਤੇ ਜਾਂ ਡਾਇਰੈਕਟਰ ਦੇ ਤੌਰ ਤੇ ਡਾਇਰੈਕਸ਼ਨਸ ਵੀ ਦਿੰਦੇ ਨੇ। ਨਾਲ ਹੀ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਸਾਰਾ ਦੱਸਿਆ ਕਿ ਇਹ ਸ਼ਬਦਾਂ ਨੂੰ ਪੜ੍ਹਦੇ ਨੇ, ਸਮਝਦੇ ਨੇ, ਉਹਨਾਂ ਨੂੰ ਐਨਾਲਿਸਿਸ ਉਹਦਾ ਕਰਦੇ ਨੇ, ਔਰ ਉਸੇ ਤੇ ਹੀ ਲੋਕਾਂ ਦੇ ਕ੍ਰੀਏਟਿਵ ਬ੍ਰੇਨਸ ਨੂੰ ਜਾਂ ਕ੍ਰੀਏਟਿਵ ਮਾਈਂਡ ਨੂੰ ਪੜ੍ਹ ਕੇ ਉਹਨਾਂ ਨੂੰ ਅੱਗੇ ਰਾਹ ਦੱਸਦੇ ਨੇ। ਕੈਮਰਾਮੈਨ ਸੂਰਜ ਦੇ ਨਾਲ ਮਨਪ੍ਰੀਤ ਕੌਰ, ਜਗਬਾਣੀ, ਚੰਡੀਗੜ੍ਹ।